ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ। ਨਾਮ ਸੁਨਤ ਦਰਦ ਦੁਖ ਲਥਾ ਤੁਧ ਆਗੈ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਮਤਾਂ ਦੇ ਪਜਸ਼ਨੀ ਗੁਰੂ ਗਰੀਬ ਨਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਮਾਂ ਬਖਸ਼ਿਆ ਹੈ ਸੇਵਾ ਸਿਮਰਨ ਦਾ, ਕਥਾ ਵਿਚਾਰਾਂ ਦਾ। ਜਿੰਨੇ ਵੀ ਸਰੀਰ ਸਮੂਹ ਮਾਈ ਭਾਈ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਆਪਣੀਆਂ ਆਲਸ ਨੀਂਦਰਾਂ ਦਾ ਤਿਆਗ ਕਰਦੇ ਹੋਏ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਵੱਡਿਆਂ ਕਰਮਾਂ ਵਾਲਿਓ ਜੀ, ਸੁਆਓ ਰਲ ਮਿਲ ਕਰਕੇ ਸਤਿਗੁਰਾਂ ਦੇ ਅਮੋਲਕ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਚੇਤੀ ਮਹੱਲਾ ਪਹਿਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ ਵਾਜੀ ਸੰਸਾਰੋ। ਲਬ ਲੋਭ ਮੁਝ ਕੂੜ ਕਮਾਵੈ ਬਹੁਤ ਉਠਾਵੈ ਭਾਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਜੀਵ ਤੇ ਦੇਹ ਦੋਹਾਂ ਦਾ ਸੰਵਾਦ ਕਰਦੇ ਆਪ ਤਟਸਥੀ ਰੂਪ ਹੋ ਕੇ ਉਪਦੇਸ਼ ਦੇਣਗੇ। ਸੰਵਾਦ ਭਾਵ ਦੇਹ ਦਾ ਜੀਵ ਦੇ ਨਾਲ ਸੰਵਾਦ ਗੱਲਬਾਤ ਕਹੀਏ। ਜੀਵ ਕੀ ਕਹਿੰਦਾ ਤੇ ਦੇਹ ਜਿਹੜੀ ਹੈ ਇਹ ਕੀ ਕਹਿੰਦੀ ਹੈ। ਬਹੁਤ ਡੂੰਘਾਈ ਦੀਆਂ ਗੱਲਾਂ ਨੇ, ਬਹੁਤ ਡੂੰਘਾਈ ਦੀਆਂ ਵਿਚਾਰਾਂ ਨੇ। ਦਿਮਾਗ ਖੁਰਚ ਕੇ ਸਮਝ ਪੈਣੀਆਂ ਨੇ। ਸਤਿਗੁਰੂ ਸਾਹਿਬ ਜੀ ਦੀਆਂ ਵਿਚਾਰਾਂ ਜਿਹੜੀਆਂ ਨੇ ਅੰਦਰ ਸਾਡੇ ਨਹੀਂ, ਉੱਪਰ ਦੀ ਲੰਘ ਜੂਗੀ ਸਭ ਕੁਛ। ਦੇਹ
ਤੇ ਜੀਵ ਦਾ ਸੰਵਾਦ ਕਦੇ ਸੁਣੇ ਨਹੀਂ ਹੋਣਾ ਅਸੀਂ ਨੇ ਵੀ। ਸਰੀਰ ਦੇ ਨਾਲ ਜੀਵ ਗੱਲਾਂ ਕਰੂਗਾ, ਆਪਸ ਦੇ ਵਿੱਚ ਸੰਵਾਦ ਹੋਊਗਾ, ਇਹਨਾਂ ਦਾ ਝਗੜਾ ਕਹਿ ਲਈਏ, ਵਿਚਾਰ ਵਟਾਂਦਰਾ ਕਹਿ ਲਈਏ, ਸੰਵਾਦ ਹੋਣਾ, ਵਾਦ ਵਿਵਾਦ ਹੋਣਾ। ਪਹਿਲਾਂ ਜੀਵ ਕੀ ਕਹਿੰਦਾ ਤੇ ਫਿਰ ਦੇਹ ਨੇ ਕੀ ਕਿਹਾ। ਗੁਰੂ ਸਾਹਿਬ ਆਪ ਤੜਸਤੀ ਰੂਪ ਹੋ ਕੇ ਉਪਦੇਸ਼ ਦੇਣਗੇ। ਮਹਾਰਾਜ ਆਪ ਫਿਰ ਉਪਦੇਸ਼ ਦੇਣਾ ਕਰਦੇ ਆ। ਕਹਿੰਦੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਵਾਜੀ ਇਹੋ ਸੰਸਾਰੋ। ਐ ਮੇਰੀ ਕਾਇਆ, ਕਾਇਆ ਕਹੀਏ ਸਰੀਰ, ਦੇਹ ਨੂੰ ਕਹਿੰਦਾ ਜੀ। ਐ ਕਾਇਆ, ਐ ਸਰੀਰ, ਤੂੰ ਆਪਣੇ ਆਪ ਨੂੰ ਅਮਰ ਮੰਨ ਕੇ ਸੁਖਦਾਈ ਰਹਿਨੀ। ਅੰਮ੍ਰਿਤ ਕਾਇਆ ਰਹਿ ਸੁਖਾਲੀ। ਬੰਦੇ ਨੂੰ, ਸਰੀਰ ਨੂੰ ਲੱਗਦਾ ਹੈ ਕਿ ਮੈਂ ਅਮਰ ਹਾਂ, ਮੈਂ ਮਰਨਾ ਨਹੀਂ, ਮੈਂ ਜਾਣਾ ਨਹੀਂ। ਤੂੰ ਆਪਣੇ ਆਪ ਨੂੰ ਮ੍ਰਿਤੂ ਤੋਂ ਰਹਿਤ ਮੰਨ ਕੇ ਪਦਾਰਥਾਂ ਦੇ ਸੁੱਖਾਂ ਨੂੰ ਭੋਗਦੀ ਰਹਿੰਦੀ ਹੈ। ਜੀਵ ਕਹਿੰਦਾ ਦੇਹ, ਸਰੀਰ ਰੰਗ ਭੋਗਦਾ ਸੰਸਾਰ ਦੇ, ਸੁੱਖਾਂ ਨੂੰ ਭੋਗਦਾ। ਪਰ ਵਾਜੀ ਉਹ ਸੰਸਾਰੋਂ ਕਹੀਏ, ਇਹ ਸੰਸਾਰ ਤਾਂ ਵਾਜੀਗਰ ਦੀ ਵਾਜੀ ਭਾਵ ਖੇਲ ਦੀ ਨਿਆਈ ਹੈ। ਵਾਜੀਗਰ ਦੀਆਂ ਖੇਡਾਂ ਵੇਖੀਆਂ ਨਾ ਜੀ, ਆਉਂਦੇ ਹੁੰਦੇ ਪੈਸੇ, ਅੱਜ ਕੱਲ ਕਿਤੇ ਕਿਤੇ ਰਹਿ ਗਿਆ। ਉਹ ਵਾਜੀਗਰ ਬਾਜੀ ਬਣਾਉਂਦੇ ਸਨ, ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਖੇਡਾਂ ਹੁੰਦੀਆਂ। ਇਸ ਸੰਸਾਰ ਰੂਪੀ ਵਾਜੀ ਨੂੰ ਕਿਉਂ ਸੱਚਾ ਮੰਨੀ ਬੈਠਿਆ। ਉਹ ਖੇਡ ਕਰਨ ਆਉਂਦੇ, ਖੇਡ ਕਰਕੇ ਆਪਾਂ ਤਾਂ ਤੁਰ ਜਾਂਦੇ। ਇਸੇ ਤਰ੍ਹਾਂ ਜੀਵ ਆਉਂਦਾ, ਇਸ ਸੰਸਾਰ ਨੂੰ ਸੱਚ ਮੰਨ ਕੇ ਬਹਿ ਗਿਆ। ਜਿਉਂ ਵਾਜੀਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਮਾਰੂ ਸੋਲਿਆਂ ਦੇ ਵਿੱਚ ਸਤਿਗੁਰੂ ਕਹਿੰਦੇ ਆ, ਭਾਈ ਇਹ ਜਿਵੇਂ ਬਾਜੀਗਰ ਬਾਜੀ ਪਾਉਂਦਾ, ਨਾਨਾ ਭੇਖ ਦਿਖਲਾਈ, ਬੇਅੰਤ ਤਰ੍ਹਾਂ ਦੀਆਂ ਖੇਡਾਂ ਪਾਉਂਦਾ, ਉਹ ਬਾਜੀਆਂ ਪਾਉਂਦਾ, ਖੇਲਾਂ ਕਰਦਾ, ਦਿਖਾਉਂਦਾ, ਲੋਕਾਂ ਦਾ ਮਨੋਰੰਜਨ ਕਰਦਾ। ਸਦਾ ਉਹ ਵੀ ਨਹੀਂ ਰਹਿੰਦਾ, ਉਹਨੇ ਵੀ ਚੱਲ ਜਾਣਾ ਆਪਣੀ ਬਾਜੀ ਪਾ ਕੇ। ਇਸ ਸੰਸਾਰ ਰੂਪੀ ਬਾਜੀ ਨੂੰ ਬੰਦਾ ਸੱਚ ਮੰਨ ਕੇ ਕਿਉਂ ਬੈਠਿਆ। ਕਹਿੰਦੇ ਐ ਸਰੀਰਾ, ਇਸ ਬਾਜੀ ਨੂੰ, ਸੰਸਾਰ ਨੂੰ ਸੱਚ ਕਿਉਂ ਮੰਨਿਆ। ਲਵ ਲੋਭ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰ। ਦੇਹ ਕਹਿੰਦੀ ਅੱਗੇ, ਫਿਰ ਪਹਿਲਾਂ ਜੀਵ ਨੇ ਕਿਹਾ ਦੇਹ ਨੂੰ, ਅੱਗੇ ਫਿਰ ਦੇਹ ਦਾ ਜਵਾਬ। ਦੇਹ ਨੇ ਕਹਿਣਾ ਕੀਤਾ, ਕਹਿੰਦੇ ਲਵ ਲੋਭ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰ। ਤੜਸਤੀ ਰੂਪ ਹੋ ਕੇ ਗੁਰੂ ਸਾਹਿਬ ਜੀ ਆਪ ਇਹ ਉਪਦੇਸ਼ ਦੇ ਰਹੇ ਨੇ। ਦੇਹ ਕਹਿੰਦੀ, ਕਹਿੰਦੇ ਐ ਜੀਵ, ਤੂੰ ਪਦਾਰਥਾਂ ਦੇ ਖਾਣ ਦਾ ਲਾਲਚ, ਪਦਾਰਥਾਂ ਦੇ ਇਕੱਤਰ ਕਰਨ ਦਾ ਲੋਭ, ਲਾਲਚ, ਹਰ ਸਮੇਂ ਮੁੱਚ ਕਹੀਏ ਬਹੁਤ ਝੂਠ ਦੀਆਂ ਕਮਾਈਆਂ ਕਮਾਉਣਾ। ਹਰ ਟਾਈਮ ਲਬ ਲੋਭ ਮੁਝ ਕੂੜ ਕਮਾਵੇ। ਆ ਮਿਲ ਜੇ, ਉਹ ਮਿਲ ਜੇ, ਪਦਾਰਥ ਇਕੱਠੇ ਹੋ ਜਾਣ, ਲਾਲਚ ਕਰਦਾ ਬੰਦਾ ਖਾਣ ਦੇ ਪਦਾਰਥਾਂ ਦੇ ਲਈ। ਇਹ ਬਹੁਤ ਝੂਠ ਦੀਆਂ ਕਮਾਈਆਂ ਕਮਾਉਂਦਾ, ਇਕੱਠੇ ਕਰਦਾ ਹੈ ਪਦਾਰਥ, ਕੂੜ ਦੀਆਂ ਕਮਾਈਆਂ ਕਰਕੇ। ਕਹਿੰਦੇ ਬਹੁਤ ਉਠਾਵੈ ਭਾਰੋ, ਇਸ ਕਰਕੇ ਤੂੰ ਮੈਨੂੰ ਪਾ ਕੇ ਸਿਰ ਤੇ ਬਹੁਤ ਭਾਰ ਉਠਾ ਰਿਹਾ, ਇਹ ਤੂੰ ਯੋਗ ਨਹੀਂ ਕਰ ਰਿਹਾ। ਦੇ ਕਹਿੰਦੀ ਜੀਵ ਨੂੰ ਕਿ ਤੂੰ ਲਾਲਚ ਕਰਦਾ, ਮੈਨੂੰ ਪਾਉਣਾ ਕੀਤਾ ਆ, ਤੈਨੂੰ ਜੋ ਮੈਂ ਸਰੀਰ ਆ, ਮੈਂ ਦੇਹ ਹਾਂ, ਤੈਨੂੰ ਮਿਲੀ, ਤੂੰ ਸਰੀਰ ਪਾ ਕੇ ਕੂੜ ਕਮਾਉਣਾ, ਲਾਲਚ ਕਰਦਾ, ਗਲਤ ਕਰਮ ਕਰਦਾ, ਬੜਾ ਭਾਰ ਉਠਾਉਣਾ। ਵਜਨ
ਭਾਰਾ ਹੁੰਦਾ ਜਾਂਦਾ ਹੈ ਸਿਰ ਤੇ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਲ। ਫਿਰ ਜੀਵ ਕਹਿੰਦਾ ਕਿ ਇਹ ਕਾਇਆ, ਇਹ ਸਰੀਰ ਜਦੋਂ ਮੈਂ ਤੇਰੇ ਵਿੱਚੋਂ, ਭਾਵ ਸਰੀਰ ਚੋਂ, ਦੇਹ ਚੋਂ, ਤੇਰੇ ਵਿੱਚੋਂ ਨਿਕਲ ਕੇ ਚਲਾ ਜਾਣਾ ਤਾਂ ਤੈਨੂੰ ਖਾਕ ਕਹੀਏ, ਮਿੱਟੀ ਬਣਦੀ ਨੂੰ ਰੁਲਦੀ ਵੇਖਿਆ। ਜਿਵੇਂ ਧਰਤੀ ਉੱਪਰ ਸਵਾ ਉੱਡਦੀ ਹੁੰਦੀ ਹੈ। ਜਦੋਂ ਜੀਵ ਕਹਿੰਦਾ ਦੇਹ ਨੂੰ, ਜਦੋਂ ਮੈਂ ਤੇਰੇ ਵਿੱਚੋਂ ਨਿਕਲ ਜਾਣਾ, ਸਵਾਸ ਨਿਕਲ ਗਏ ਜੀ, ਜੀਵ ਨਿਕਲ ਗਿਆ, ਭੌਰ ਉਡਾਰੀ ਲਾ ਗਿਆ, ਪੰਜਾਬੀ ਦਾ ਆਪਾਂ ਕਹਿੰਦੇ ਵੀ ਭੌਰ ਉੱਡ ਗਿਆ। ਜਦੋਂ ਉੱਡ ਗਿਆ ਤਾਂ ਕਹਿੰਦੇ ਸਰੀਰ ਦੀ ਰਾਖ ਬਣਦੀ ਉੱਡਦੀ ਵੇਖੀ। ਸਵਾਹ ਕਾਹਦਾ ਮਾਣ ਸਾਨੂੰ ਸਰੀਰਾਂ ਦਾ, ਪਦਾਰਥਾਂ ਦਾ, ਕੁਛ ਵੀ ਨਹੀਂ ਆ। ਦੇਖੋ ਜੀ, ਬੰਦੇ ਦੀ ਮਿਆਦ ਕੀ ਹੈ, ਕਿੰਨੀ ਕੁ ਹਸਤੀ ਹੈ, ਕਦੇ ਵੀ ਮਾਣ ਨਾ ਕਰੋ ਆਪਣੇ ਕਾਰੋਬਾਰ ਦਾ, ਘਰ-ਬਾਰ ਦਾ, ਕਾਰਾਂ ਕੋਠੀਆਂ ਦਾ, ਜ਼ਮੀਨ ਜਾਇਦਾਦ ਦਾ, ਕਦੇ ਵੀ ਮਾਣ ਨਾ ਕਰੋ। ਕਿਉਂ? ਜੀਵ ਕਿੰਨਾ ਕੁ ਪੈਦਾ ਹੁੰਦਾ ਜੀ? 1.5-2 ਕਿਲੋ ਦਾ ਹੁੰਦਾ ਸਰੀਰ ਜਦ ਬੱਚਾ ਪੈਦਾ ਹੁੰਦਾ। ਇੰਨੀ ਕੁ ਹੁੰਦਾ ਨੀ ਜੇ ਆਪਾਂ ਛੋਟੇ ਜਿਹੇ ਬਲੋਰ ਇੱਕ ਹੱਥ ਤੇ ਟਿਕ ਜਾਂਦਾ ਜਦੋਂ ਬੱਚੇ ਦਾ ਜਨਮ ਹੁੰਦਾ। ਸਾਡਾ ਸਭ ਦੀ ਹੋਇਆ ਜਨਮ ਨਿੱਕਾ ਜਿਹਾ ਹੁੰਦਾ, 1.5-2 ਕਿਲੋ ਦਾ। ਕਈਆਂ 'ਚ ਵਜਨ ਬਹੁਤ ਘੱਟ ਹੁੰਦਾ ਹੈ, ਚਲੋ ਗੱਲ ਵੱਖਰੀ ਆ। ਕਈ ਬੱਚੇ ਭਾਰੇ ਹੁੰਦੇ ਆ, ਖਾਣੇ ਨਾਣੇ ਦਾ ਫਰਕ, ਪਰ ਹੁੰਦਾ 2-4 ਕਿਲੋ ਦਾ, 1.5-2 ਕਿਲੋ ਦਾ। ਇੰਨੀ ਕੁ ਹੁੰਦਾ ਨਾ ਜੀਵ ਜੀ, ਛੋਟਾ ਜਿਹਾ। ਉਦੋਂ ਬਾਅਦ ਫਿਰ ਜਨਮ ਹੋਇਆ, ਵੱਡਾ ਹੋਇਆ, 6-7 ਫੁੱਟ ਦਾ ਹੋ ਜਾਂਦਾ। ਇਤਨਾ ਵੱਡਾ ਸਰੀਰ ਬਣ ਜਾਂਦਾ, ਫਿਰ ਹੱਡੀਆਂ ਪ੍ਰਫੁੱਲਤ ਹੋ ਜਾਂਦੀਆਂ ਨੇ, ਮਾਸ ਵੱਧ ਜਾਂਦਾ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਕਿਆ ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ। ਇੰਨਾ ਵੱਡਾ ਹੋ ਜਾਂਦਾ। 1.5-2 ਕਿਲੋ ਦਾ ਪੈਦਾ ਹੋਇਆ, ਇੰਨਾ ਵੱਡਾ ਹੋ ਗਿਆ। ਪਰ ਜਾਂ ਤਾਰ ਉੱਪਰ ਛਾਰੋ, ਇੱਕ ਦਿਨ ਸਵਾਹ ਹੋ, ਫਿਰ ਉਹੀ 6-7 ਫੁੱਟ ਦਾ ਸਰੀਰ ਹੁੰਦਾ ਹੈ। ਅੰਤ ਨੂੰ ਵੀ ਜੀ ਇੰਨਾ ਕੇ ਬਣ ਜਾਂਦਾ, ਫਿਰ ਮੱਚ ਕੇ। ਏਦਾਂ ਹੁੰਦਾ ਨਾ, ਕਿੰਨਾ ਵੱਡਾ ਸਰੀਰ ਹੁੰਦਾ, ਕਿੰਨੀਆਂ ਲੱਕੜਾਂ ਵੀ ਨਾਲ ਜਲਦੀਆਂ ਨੇ, ਮੱਚਦੀਆਂ ਨੇ, ਕਿੰਨਾ ਕੁ ਰਹਿ ਜਾਂਦਾ ਫਿਰ ਪਿੱਛੋਂ? ਮੁੱਠੀ ਜਿਹੀ ਆ ਜਾਂਦਾ ਕਿ 1.5-2 ਕਿਲੋ ਦਾ ਫਿਰ ਰਹਿ ਜਾਂਦਾ, ਸਵਾਹ ਬਣ ਕੇ ਉੱਡ ਜਾਂਦਾ ਹੈ। ਲੱਕੜਾਂ ਵੀ ਕਿੰਨੀਆਂ ਹੁੰਦੀਆਂ ਨੇ। ਆਹ ਸੱਚਾਈ ਹੈ। ਜੀਵ ਕਹਿੰਦਾ ਸਰੀਰਾ ਕਾਹਦਾ ਮਾਣ। ਜਦੋਂ ਮੈਂ ਤੇਰੇ ਚੋਂ ਭੱਜ ਗਿਆ ਨਾ, ਨਿਕਲ ਗਿਆ, ਤੈਨੂੰ ਰਾਖ ਬਣਦੇ ਨੂੰ ਟਾਈਮ ਨਹੀਂ ਲੱਗਣਾ। ਤੇਰੀ ਰਾਖ ਬਣਦੀ ਉੱਡਦੀ ਵੇਖੀ ਆ ਮੈਂ, ਵੇਖਿਆ ਜਿਵੇਂ ਧਰਤੀ ਤੇ ਸਵਾਹ ਉੱਡਦੀ ਫਿਰਦੀ ਹੁੰਦੀ ਹੈ। ਤੇ ਸੁਣ ਸੁਣ ਸਿੱਖ ਹਮਾਰੀ, ਫਿਰ ਦੇ ਕਹਿੰਦੀ ਐ ਜੀਵ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾ, 7 ਸ਼ਾਸਤਰਾਂ ਦੁਆਰਾ ਮੇਰੀ ਸਿੱਖਿਆ ਨੂੰ ਸੁਣਨਾ ਕਰ। ਆ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਦੇ ਕਹਿੰਦੀ ਐ ਜੀਵ 7 ਸ਼ਾਸਤਰਾਂ ਦੁਆਰਾ ਆ ਮੇਰੀ ਮੱਤ ਸਿੱਖਿਆ ਜਿਹੜੀ ਹੈ ਨਾ, ਇਹਨੂੰ ਸੁਣ ਸ਼ਰਧਾ ਨਾਲ, ਵਿਸ਼ਵਾਸ ਨਾਲ। ਕੀ ਸੁਕਰਤ ਕੀਤਾ ਰਹਿਸੀ ਮੀਰੇ ਜੀਅੜੇ, ਬਹੁੜ ਨਾ ਆਵੇ ਬਾਰੀ। ਐ ਮੇਰੇ ਪਿਆਰੇ ਜੀਵ, ਮਨੁੱਖਾ ਜਨਮ ਵਿੱਚ ਤੇਰਾ ਕੀਤਾ ਹੋਇਆ ਸੁਕਰਤ ਕਹੀਏ, ਸ੍ਰੇਸ਼ਟ ਕਰਮ ਹੀ ਤੇਰੇ ਨਾਲ ਰਹੇਗਾ। ਇਹ ਯਾਦ ਰੱਖ, ਮੁੜ ਕੇ ਤੈਨੂੰ ਮਨੁੱਖਾ ਦੇ ਮਿਲਣ ਦੀ ਵਾਰੀ ਨਹੀਂ ਆਏ। ਬਹੁੜ ਜਨਮ ਨਾ ਹੋਈ, ਦੁਬਾਰਾ ਮਨੁੱਖਾ ਸਰੀਰ ਨਹੀਂ ਮਿਲਦਾ। ਇੱਕ ਵਾਰੀ ਹੈ ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਇਹ ਤੇਰੀ ਅਵਸਰ, ਇਹ ਤੇਰੀ ਵਾਰ।
ਇੱਕ ਵਾਰ ਹੀ ਸਰੀਰ ਮਿਲਦਾ। ਕੋਈ ਵਿਰਲਾ ਹੋਏਗਾ ਜਿਹਨੂੰ ਦੁਬਾਰੇ ਸਰੀਰ, ਉਹ ਜਿਹਦੀ ਪ੍ਰਾਲਬਧ ਰਹਿ ਜਾਂਦੀ ਹੈ, ਸਰੀਰ ਅਣਹੋਈਆਂ ਘਾਟੀਆਂ ਚੋਂ ਟੁੱਟ ਜਾਂਦਾ, ਅਣਹੋਣੀ ਵਰਤ ਜਾਂਦੀ ਹੈ, ਭਾਵ ਅਣਆਈ ਕਹੀਏ, ਉਹ ਕਈ ਵਾਰ ਪੁਨਰ ਜਨਮ ਹੋ ਜਾਂਦਾ ਹੈ। ਉਹ ਕੋਈ ਵਿਰਲੀ ਹੋਏਗਾ ਜਿਹਦੇ ਕਰਮ ਰਹਿ ਜਾਂਦੇ ਨੇ, ਉਹਨੂੰ ਭੋਗਣ ਵਾਸਤੇ ਦੁਬਾਰਾ ਸਰੀਰ ਲੈਣਾ ਪੈਂਦਾ ਮਨੁੱਖ ਬੰਦੇ ਦਾ। ਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਰੀਰ ਮਿਲਿਆ, ਇੱਕ ਵਾਰੀ ਮਿਲਿਆ ਸ੍ਰੇਸ਼ਟ ਕਰਮ ਕਰਨ ਦੇ ਲਈ, ਸ਼ੁਭ ਕਰਮ ਕਰਨ ਵਾਸਤੇ ਸਰੀਰ ਮਿਲਿਆ। ਇਹ ਯਾਦ ਰੱਖ, ਬੌੜ ਨਾ ਆਵੇ ਵਾਰੀ, ਦੁਬਾਰਾ ਮਨੁੱਖਾ ਸਰੀਰ ਨਹੀਂ ਮਿਲਣਾ, ਦੁਬਾਰਾ ਵਾਰੀ ਨਹੀਂ ਆਏਗੀ। ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਜੀਵ ਆਖਦਾ ਐ ਮੇਰੀ ਕਾਇਆ, ਐ ਸਰੀਰ, ਐ ਮੈਂ ਤੈਨੂੰ ਕਹਿਣਾ ਕਰਨਾ ਤੇਰੇ ਤਾਈਂ ਆਖਣਾ ਕਿ ਤੂੰ ਮੇਰੀ ਸਿੱਖਿਆ ਸੁਣ ਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਉਹਦੇ ਵਿੱਚ ਅਭੇਦ ਹੋ ਜਾ, ਦੁਬਾਰਾ ਨਹੀਂ ਮਿਲਣਾ ਸਮਾਂ। ਤੇ ਕਹਿੰਦੇ ਫਿਰ ਨਿੰਦਾ ਚਿੰਦਾ ਕਰੈ ਪਰਾਈ, ਝੂਠੀ ਲਾਏ ਤਬਾਰੀ। ਜੋ ਤੂੰ ਪਰਾਈ ਨਿੰਦਾ ਤੇ ਚਿੰਦਾ ਕੀਏ ਉਸਤਤ ਕਰਦੀ ਰਹਿਣੀ ਆ, ਜੀਵ ਕਹਿੰਦਾ ਦੇ ਨੂੰ। ਜੋ ਲੋਕਾਂ ਦੀ ਨਿੰਦਿਆ ਉਸਤਤ ਵੀ ਕਰਦਾ, ਕਿਸੇ ਦੀ ਵਡਿਆਈ ਕਰ ਦਿੱਤੀ ਤੇ ਕਿਸੇ ਦੀ ਉਸਤਤ ਕਰ ਦਿੱਤੀ। ਹਾਂ, ਅੱਜ ਵਡਿਆਈ ਹੈ ਮੇਰੀ, ਮੈਂ ਤੁਹਾਡੀ ਵਡਿਆਈ ਕੀਤੀ, 2-4 ਦਿਨਾਂ ਦੀ ਖੇਡ ਹੈ। ਫਿਰ ਉਹੀ ਜਿਹੜਾ ਬੰਦਾ ਵਡਿਆਈ ਕਰਦਾ, ਚੰਗਿਆਈਆਂ ਗਿਣਦਾ, ਉਸਤਤ ਕਰਦਾ, ਬਾਅਦ ਵਿੱਚ ਉਹ ਤਵੇ ਵੀ ਲਾਉਂਦਾ ਹੁੰਦਾ, ਮਾੜਾ ਵੀ ਕਹਿੰਦਾ ਹੁੰਦਾ। ਸੋ ਦਸਤੂਰ ਹੈ ਜੀ ਦੁਨੀਆ ਦੇ, ਦੋਏ ਪਾਸੇ ਹੁੰਦੇ ਨੇ। ਵੇਖ ਨਹੀਂ ਆਪਾਂ, ਜੇ ਅਸੀਂ ਅੱਜ ਕਿਸੇ ਬਾਰੇ ਖੜ ਕੇ ਨਾ ਗੱਲਾਂ ਕਰਨੇ, ਫਲਾਣਾ ਜਾਂਦਾ, ਉਹ ਏਦਾਂ, ਉਹ ਏਦਾਂ, ਨਾਲੇ ਫਿਰ ਹੋਰ ਗੱਲ, ਉੱਚਾ ਬੋਲਣਾ ਬੋਲੀ ਹੈ, ਰਤਾਰੋਂ ਡਰੀ ਹੈ, ਇਹ ਕਰ ਕਰੇ ਸਵੈ ਕਿਰਪਾ। ਜੇ ਆਪਾਂ ਦੋਏ ਕਰਨੇ ਆ ਨਾ ਕਿਸੇ ਦੀਆਂ, ਤੇ ਜਦ ਉਹ ਬੰਦਾ ਉਹਦੇ ਨਾਲ ਮਿਲੂਗਾ, ਉਹ ਫਿਰ ਮੇਰੀਆਂ ਵੀ ਹੋਣਗੀਆਂ, ਆਪਣੀਆਂ ਵੀ ਹੋਣਗੀਆਂ, ਤਾਂ ਲੈਣ ਨੂੰ ਦੇਣ। ਤੇ ਅਗਲੀ ਬੇਨਤੀ, ਕੋਈ ਸਾਡੀ ਉਸਤਤ ਕਰਦਾ, ਕੋਈ ਸਾਡੀ ਨਿੰਦਿਆ ਕਰਦਾ। ਸੰਸਾਰ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਨੇ ਦੁਨੀਆ 'ਚ, ਸਾਡੀ ਉਸਤਤ ਕਰਨ ਵਾਲੇ ਵੀ ਨੇ, ਨਿੰਦਿਆ ਕਰਨ ਵਾਲੇ ਵੀ। ਉਹ ਸਾਡੀ ਪਿੱਛੇ ਪਿੱਛੇ ਜੋ ਮਰਜ਼ੀ ਕਹਿਣ, ਸਾਨੂੰ ਨਿੰਦਣ, ਸਾਡੀ ਉਸਤਤ ਕਰਨ, ਵਡਿਆਈ ਕਰਨ, ਸਾਨੂੰ ਉਹਦਾ ਲੇਪ ਨਹੀਂ ਲੱਗਦਾ। ਸਾਥੋਂ ਦੂਰ ਪਰਾਂ ਹੋ ਕੇ ਕੋਈ ਸਾਨੂੰ ਨਿੰਦ ਰਿਹਾ, ਕੋਈ ਸਾਨੂੰ ਉਸਤਤ ਕਰ ਰਿਹਾ, ਸ੍ਰੇਤਾ ਕਰਦਾ, ਵਡਿਆਈ ਕਰਦਾ, ਜਦ ਅਸੀਂ ਸੁਣੀ ਨਹੀਂ, ਨਾ ਸਾਡੀ ਨਿੰਦਿਆ ਹੁੰਦੀ ਸੁਣੀ ਆ ਤੇ ਨਾ ਸਾਡੀ ਉਸਤਤ ਹੁੰਦੀ ਸੁਣੀ ਆ। ਤੇ ਜਿਸ ਦਿਨ ਸੁਣ ਗਈ ਉਦੋਂ ਫਰਕ ਪਏਗਾ। ਨਿੰਦਿਆ ਸੁਣ ਜਾਏ ਤੇ ਜਾਂ ਵਡਿਆਈ ਸੁਣ ਜਾਏ, ਉਸਤਤ ਸੁਣ ਜਾਏ। ਜਿੰਨਾ ਟਾਈਮ ਅਸੀਂ ਸੁਣਦੇ ਨਹੀਂ ਨਾ, ਸਾਨੂੰ ਪਤਾ ਨਹੀਂ ਲੱਗਦਾ ਕਿਹੜਾ ਸਾਨੂੰ ਉਸਤਤ ਕਰਦਾ, ਕਿਹੜਾ ਨਿੰਦਿਆ ਕਰਦਾ। ਉਹਨਾਂ ਟਾਈਮ ਸਾਨੂੰ ਉਹਦਾ ਕੋਈ ਚੱਕਰ ਹੀ ਨਹੀਂ ਪੈਂਦਾ। ਤੇ ਜਦੋਂ ਪਤਾ ਲੱਗਿਆ ਵੀ ਆਹ ਨਿੰਦਿਆ ਕਰਦਾ, ਉਦੋਂ ਦਾ ਚੱਕਰ ਪਊਗਾ। ਆਹ ਸਾਡੀ ਉਸਤਤ ਕਰਦਾ, ਵਡਿਆਈ ਕਰ, ਉਦੋਂ ਚੱਕਰ ਪਊਗਾ। ਫਿਰ ਬੰਦੇ ਨੂੰ ਮਾਣ ਹੁੰਦਾ, ਹੰਕਾਰ ਹੁੰਦਾ। ਗੁਰਦੇਵ ਕਹਿੰਦੇ ਤੂੰ ਪਰਾਈ ਨਿੰਦਿਆ ਤੇ ਉਸਤਤ ਦੇ ਵਿੱਚ ਲੱਗਾ ਰਹਿਣਾ। ਉਸਤਤ ਕਰਨੀ ਹੈ, ਨਿੰਦਿਆ ਕਰਦੀ ਹੈ, ਦੇਹ ਨੂੰ ਕਹਿੰਦਾ ਜੀਵ। ਤੇ ਝੂਠੀ ਲਾਏ ਤਵਾਰੀ ਕਹੀਏ, ਲਾਏ ਤਵਾਰੀ ਚੁਗਲੀ ਲਾਉਣੀ, ਚੁਗਲੀ ਕਰਨੀ। ਇਹਨਾਂ ਸਭ ਝੂਠਿਆਂ ਨੂੰ ਛੱਡ ਦੇ, ਨਹੀਂ ਤਾਂ ਫਿਰ ਦੁੱਖ ਰੂਪ ਫਲ ਭੋਗਣਾ ਪਏਗਾ। ਅਗਰ ਆ ਤਿਆਗੇ ਨਹੀਂ ਨਾ, ਤਾਂ ਫਿਰ ਦੁੱਖ ਭੋਗਣੇ ਪੈਣਗੇ। ਫਲ ਸਰੂਪ ਉਹਦਾ ਕੀ ਨਿਕਲਣਾ ਪਤੀ ਹੋਏਗਾ। ਬੰਦੇ ਨੇ ਕੀਤੇ ਕਰਮਾਂ ਨੂੰ ਭੋਗਣ ਹੀ ਭੋਗਣਾ। ਇੱਥੇ ਆਪੋ ਆਪਣੇ ਕਰਮਾਂ ਦੀ ਨਿਬੇੜ ਹੈ। ਲੜੀਵਾਰ ਕਥਾ ਵਿਚਾਰ ਸਾਨੂੰ ਸਤਿਗੁਰੂ ਜੀ ਦੇ ਰਹੇ ਨੇ। ਨਿੰਦਾ ਚੰਦਾ ਕਰੈ ਪਰਾਈ, ਝੂਠੀ ਲਾਏ ਤਵਾਰੀ, ਚੁਗਲੀ ਲਾਉਣੀ।
ਇੱਕ ਦੀਆਂ 20-50 ਬਣਾ ਕੇ ਦੱਸ ਦੇਣੀਆਂ। ਪਹਿਲਾਂ ਵਾਲੇ ਨਾਰਦ ਠੀਕ ਸੀਗੇ, ਉਹ ਸਿਆਣੇ ਕਹਿੰਦੇ ਹੁੰਦੇ ਸੀ ਨਾ, ਉਹ ਮੁੰਡਿਆ ਇਹਦਾ ਵਿਸ਼ਵਾਸ ਨਾ ਕਰੀ, ਇਹ ਨਾਰਦ ਹੈ। ਨਾਰਦ ਕਹੀਏ ਵੀ ਇੱਕ ਪਾਸੋਂ ਲਾਉਣੀ, ਦੂਜੇ ਪਾਸੋਂ ਬੁਝਾਉਣੀ। ਇੱਕ ਪਾਸੇ ਲਾ ਗਿਆ, ਦੂਜੇ ਪਾਸੇ ਬੁਝਾ ਗਿਆ। ਨਾਰਦ ਚੁਗਲੀ ਤੇ ਕਹਿ ਵੀ ਦਿੰਦੇ ਆ ਸਾਨੇ ਵੀ ਇਹ ਤਾਂ ਨਾਰਦ ਹੈ, ਚੁਗਲੀਆਂ ਕਰਦਾ। ਪਹਿਲਾਂ ਵਾਲੇ ਨਾਰਦ ਚੰਗੇ ਸੀ, ਉਹ ਇੱਕ ਪਾਸੇ ਲਾਉਂਦੇ ਸੀ, ਇੱਕ ਪਾਸੇ ਬੁਝਾਉਂਦੇ ਸੀ। ਪਰ ਅੱਜ ਵਾਲਾ ਨਾਰਦ ਜਿਹੜਾ ਬੁਝਾਊ ਨਹੀਂ, ਦੋਏ ਪਾਸੇ ਲਾਊ, ਦੋਏ ਪਾਸੇ ਤੇਲ ਪਾਊਗਾ। ਝਗੜਾ ਵਧਾਊ, ਘਟਾਉਂਦਾ ਨਹੀਂ। ਝੂਠੀ ਲਾਏ ਤਬਾਹੀ। ਗੁਰਬਾਣੀ ਦਾ ਸੁੱਧ ਸਰੂਪ, ਵਿਚਾਰ ਸਰੂਪ ਕਥਾ ਹੈ। ਅਸੀਂ ਅਰਥਾਂ ਨਾਲ ਜੁੜਾਂਗੇ ਨਾ, ਭੁਲੇਖੇ ਨਿਕਲਦੇ ਨੇ ਅੰਦਰੋਂ। ਗੁਰਬਾਣੀ ਵਿਚਾਲੇ ਖੜਾ ਲੈਂਦੀ ਹੈ, ਫਿਰ ਭਿੱਜੀ ਬਿੱਲੀ ਵਾਂਗ ਖੜ ਜਾ ਇੱਥੇ, ਝੰਜੋੜਦੀ ਹੈ ਗੁਰਬਾਣੀ ਦੀ ਵਿਚਾਰ। ਪਰ ਅਸੀਂ ਸੁਣਨਾ ਪਸੰਦ ਨਹੀਂ ਕਰਦੇ। ਅਸੀਂ ਕਹਾਣੀਆਂ ਆਹ ਸੁਣਾ ਦੋ, ਆਹ ਪਤਾ ਹੋਵੇ। ਕਈ ਥਾਵਾਂ ਤੇ ਨਾ ਜੀ ਕਥਾ ਨਹੀਂ ਕਰਨ ਦਿੰਦੇ, ਕੀਰਤਨ ਬਸ ਕੀਰਤਨ ਕਰੀ ਜਾਓ, ਕੀਰਤਨ ਹੋਈ ਜਾਵੇ। ਜਿੰਨਾ ਟਾਈਮ ਅਰਥਾਂ ਦਾ ਨਹੀਂ ਪਤਾ ਲੱਗਦਾ, ਉਹਦਾ ਫਾਇਦਾ ਕੀ ਆ? ਜਿੰਨਾ ਟਾਈਮ ਟੀਚਰ ਐਕਸਪਲੇਨ ਕਰਕੇ ਸਮਝਾਵੇ ਨਾ ਬੱਚੇ ਨੂੰ, ਕਿਆ ਸਮਝ ਆਏਗਾ? ਗੁਰਬਾਣੀ ਦੇ ਅਰਥ ਇਹ ਥਾਂ ਸਮੁੰਦਰ ਹੈ। ਸਾਡੇ ਕੀਤੇ ਕਰਮਾਂ ਦਾ, ਜੋ ਨਿਤ ਕਰਮ ਅਸੀਂ ਕਰਨੇ ਆ ਨਾ, ਹਰ ਰੋਜ਼ ਚੰਗੇ ਨੇ ਮੰਦੇ ਨੇ ਜੋ ਵੀ ਨੇ, ਉਹਨਾਂ ਦਾ ਫਲ ਕੀ ਹੈ, ਨਤੀਜਾ ਕੀ ਨਿਕਲਣਾ ਹੈ। ਜ਼ਿੰਦਗੀ ਦੇ ਹਰ ਮਰਰੇ ਦੇ ਵਿੱਚ ਜੋ ਕਰਮ ਕਰਨੇ ਆ ਤੇ ਉਹਦਾ ਫਲ ਕੀ ਮਿਲਣਾ ਹੈ, ਜੋ ਵੀ ਕਰ ਰਹੇ ਆਪਾਂ ਜਾਂ ਕਰਾਂਗੇ, ਉਹਦਾ ਜਵਾਬ ਗੁਰਬਾਣੀ ਵਿੱਚੋਂ ਮਿਲਦਾ। ਆਹ ਬੰਦਾ ਕਰਮ ਕਰਦਾ, ਆਹ ਕਰ ਰਿਹਾ, ਜੇ ਆਹ ਕਰਾਂਗੇ ਆਹ ਮਿਲਣਾ। ਸਾਹਮਣੇ ਨਤੀਜਾ ਸੀਸਾ ਦਿਖਦਾ ਹੈ ਗੁਰਬਾਣੀ ਦਾ। ਤੇ ਜਿਸ ਦਿਨ ਗੁਰਬਾਣੀ ਦੀ ਵਿਚਾਰ ਨਾਲ ਜੁੜ ਗਏ ਕਿ ਪੜ੍ਹੀਐ ਨਾਹੀਂ ਭੇਦ ਬੁੱਝਿਆ ਪਾਵਣਾ, ਜਿੰਨਾ ਮਰਜ਼ੀ ਪੜ੍ਹੀ ਜਾਵਾਂ ਮੈਂ ਗੁਰਬਾਣੀ, ਪਤਾ ਨਹੀਂ ਕਿੰਨੇ ਕੁ ਵਾਰੀ 1430 ਅੰਗਾਂ ਦਾ ਮੈਂ ਪਾਠ ਕਰ ਦਿੱਤਾ ਹੈ, ਪਰ ਬੁੱਝਿਆ ਪਾਵਣਾ। ਜਿੰਨਾ ਟਾਈਮ ਬੁੱਝਿਆ ਨਹੀਂ ਨਾ ਜੀ, ਮੈਂ ਸਮਝਦਾ ਨਹੀਂ, ਉਹਨਾਂ ਟਾਈਮ ਮੇਰਾ ਪੜ੍ਹਨਾ ਸੁਣਨਾ ਕਿਸੇ ਫਾਇਦੇ ਦਾ, ਕਿਸੇ ਲਾਹੇ ਦਾ ਨਹੀਂ। ਤੇ ਮਹਾਰਾਜ ਜੀ ਕਹਿੰਦੇ ਫਿਰ ਇਹ ਝੂਠਿਆਂ ਨੂੰ ਛੱਡ, ਨਹੀਂ ਤਾਂ ਫਿਰ ਦੁੱਖ ਰੂਪ ਫਲ ਭੋਗਣ ਲਈ ਤਿਆਰ ਹੋ ਜਾ। ਬੇਲ ਪਰਾਈ ਜੁਹ ਹੈ ਜੀਅੜੇ, ਕਰ ਹੈ ਚੋਰੀ ਬੁਰਿਆਈ। ਦੇ ਜੀਵ ਨੂੰ ਫਿਰ ਕਹਿੰਦੀ ਹੈ, ਪਹਿਲਾਂ ਜੀਵ ਦੇਹ ਨੂੰ ਕਹਿੰਦਾ ਵੀ ਤੂੰ ਝੂਠ ਕਰਮ ਕਰਨਾ, ਉਸਤਤ ਕਰਦਾ, ਨਿੰਦਿਆ ਕਰਦਾ ਤੇ ਚੁਗਲੀਆਂ ਕਰਦਾ। ਜੀਵ ਕਹਿੰਦਾ ਸਰੀਰ ਕਰਦਾ ਨਾ, ਤੇ ਫਿਰ ਅੱਗੇ ਦੇ ਕਹਿੰਦੀ ਹੈ ਜੀਵ ਨੂੰ ਕਿ ਬੇਲ ਪਰਾਈ ਜੁਹ ਹੈ ਜੀਅੜੇ, ਕਰ ਹੈ ਚੋਰੀ ਬੁਰਿਆਈ। ਐ ਜੀਅੜੇ, ਐ ਜੀਵ, ਤੂੰ ਹਰ ਵੇਲੇ ਪਰਾਈ ਬੇਗਾਨੀਆਂ, ਬੇਲ ਕਹੀਏ ਪਰਾਏ ਸਰੂਪ ਇਸਤਰੀਆਂ ਮਰਦਾਂ ਨੂੰ ਤੱਕਣਾ, ਮੰਦ ਦ੍ਰਿਸ਼ਟੀ ਦੁਆਰਾ ਵੇਖਣਾ ਰਹਿਣਾ। ਵਰਤਦੀਆਂ ਨੇ ਗੱਲਾਂ ਸਾਡੇ ਜੀਵਨ ਦੇ ਵਿੱਚ, ਕੋਈ ਦੱਸੇ ਨਾ ਦੱਸੇ, ਹਰ ਇੱਕ ਦੇ ਅੰਦਰ ਇਹ ਵਿਚਾਰ ਪੈਦਾ ਹੁੰਦੇ ਨੇ। ਫਿਰ ਕਈਆਂ ਦੇ ਚੰਗੇ ਕਰਮ ਉਹਦੇ ਮਾੜੇ ਕਰਮਾਂ ਤੇ ਮਾੜੀ ਦ੍ਰਿਸ਼ਟੀ ਤੇ ਭਾਰੂ ਪੈ ਜਾਂਦੇ ਨੇ, ਰੋਕ ਲੈਂਦੇ ਨੇ ਵੀ ਨਾ, ਨਤੀਜਾ ਮਾੜਾ ਨਿਕਲੂ, ਬੰਦਾ ਸਾਈਡ ਤੇ ਹੋ ਜਾਂਦਾ ਤੇ ਫਿਰ ਕਈ ਗਰਕ ਹੋ ਜਾਂਦੇ ਨੇ ਇਹਦੇ ਵਿੱਚ। ਗੁਰਬਾਣੀ ਕਹਿੰਦੀ ਹੈ ਇਹ ਗੱਲਾਂ ਦਾ ਓਲਾ ਨਹੀਂ। ਜੇ ਤਾਂ ਸਾਡੇ ਦੇਸ਼ ਦੀਆਂ ਗੱਲਾਂ ਨਾ ਹੋਣ, ਸਾਡੇ ਜੀਵਨ ਦੀਆਂ, ਫਿਰ ਤਾਂ ਆਪਾਂ ਤੋਂ ਕਿਨਾਰਾ ਕਰੀਏ ਵੀ ਆਪਣੀਆਂ ਤਾਂ ਹੀ ਨਹੀਂ। ਕਲਯੁਗੀਆਂ ਅਸੀਂ, ਬੰਦੇ ਦੇ ਅੰਦਰ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ। ਹਰ ਇੱਕ ਅੰਦਰ ਦ੍ਰਿਸ਼ਟੀ ਹੈ, ਬਿਰਤੀ ਹੈ ਬੰਦੇ ਦੇ, ਹਰ ਇੱਕ ਅੰਦਰ ਹੈ ਤਤ, ਹਰ ਇੱਕ ਦੇ ਅੰਦਰ ਗਿਆਨ ਇੰਦਰ ਹੈ, ਪ੍ਰਾਣ ਇੰਦਰ ਹੈ, ਕਰਮ ਇੰਦਰ ਹੈ, ਮਨ ਹੈ, ਬੁੱਧ ਹੈ। ਇਹ ਸਾਡੇ ਅੰਦਰ ਵਾਪਰਦੀਆਂ ਗੱਲਾਂ ਨੇ ਸਾਹਮਣੇ। ਸਾਡੀ ਪੈਦਾਇਸ਼ ਕਾਮਤੀਓ ਹੁੰਦੀ ਹੈ ਮਨੁੱਖ ਦੀ। ਜੀਵ ਦੀ ਪੈਦਾਇਸ਼ ਕਿਸ ਤੋਂ ਹੈ ਜੀ? ਆ ਜੀਵਾਂ ਦੀ ਪੈਦਾਇਸ਼ ਕਿਸ ਤੋਂ ਹੈ? ਕਾਮ ਤੋਂ। ਉਹ ਤੋਂ ਬਿਨਾਂ ਹੋਣੀ। ਇਹ ਤੋਂ ਓਲਾ ਕਾਹਦਾ? ਅਸੀਂ ਖੁੱਲ ਕੇ ਵਿਚਾਰ ਜਦੋਂ ਪੜਾਂਗੇ, ਵਿਚਾਰਾਂਗੇ ਨਾ,
सारे भरम भुलेखे हुंदे ने, दूर हो जाणियां सारियां मन दृष्टियां जिहड़ियां ने बंदे दी। गुरुदेव कहंदे पराए सरीरां वल तकना, गंदी निगाह दे नाल, मंद दृष्टि नाल वेखना रहना ते चोरी आदਿਕ बुरियाई वाले काम भी करदा। सियाणेओ सारे समझदे हो, सामने नहीं बंदा पड़दे च रह के कुकर्म करदा है। बड़ा कुछ हुंदा जी, रातां छड्डो, दिन दे विच ही दिन दिहाड़े ही काम क्रोध लोभ मोह हंकार। महाराज जी कहंदे गुणा गवाई गंठड़ी अवगण चली बन। गुणा वाली गंठड़ी गवा ली ते जान बरती सन की ना सुनिए गोरीए आपन कन्नी सोए। दिन दिहाड़े सन लगी हुई है, सन कहिए पाड़ ला लिया किसने काम क्रोध लोभ मोह हंकार ने। करे चोरी बुरियाई, चोरी बंदा कुकर्म करदा है कि अगों देखे पिछों देखे तुझ ते कहां छपावे। बंदा अगों वेखदा पिछों वेखदा भी किहड़ा किसे नूं पता, पर यह नहीं सोचदा भी सज्जणा ਉਹਦਾ तेरे अंदर ਜਿਹੜੀਆਂ ਗੱਲਾਂ अजे तैं सोचियां भी ना, ਅਸੀਂ सोचियां भी नहीं, ਸਾਡੇ मन ਵਿੱਚ ਆਈਆਂ भी ना, ਉਹ ਪਹਿਲਾਂ ही ਜਾਣਦਾ है परमेश्वर भी ਇਹਨੇ ਕੀ सोचना ਕੀ करना। ओले च हो के बंदा कुकर्म करदा है, ओटां लैंदा है, परदे विच जांदा है भी कोई किसी नूं पता नहीं। साध संगत जी वो सब जानदा है कि घड़ घड़ के अंदर की जानत भले बुरे की मुन करना हुई है, पर फिर भी बंदा भुल जाता। रहे हो चेत ना चेते हो गोविंद व्यर्था ओद सरानी। इत्थे दा चेता भी हाँ मैं महाराज दे दरबार च मैं मंदिर माजद जाना, मैं गुरु घर आया, ठीक है। बाहर केड़ा किसी नूं पता है, जिन्ना मर्जी लुको लो, अनेक कड़दा पढ़दा मैं कमावे विकार, खिन मैं प्रगट होए संसार। वो खिन दे विच ही प्रगट हो जाएगा। जिन्ना मर्जी पढ़दे विच रह के बंदा विकार कर कर्म कमावे ते करे चोरी बुरियाई, बुरे कर्म करदा बंदा चोरी, लोकां तो लुक के ओले हो के। ते कहंदे हंस चलिया तू पिछे रहीए, छुटड़ होए नारी। जीव कहंदा फिर आत्मा, जीव आत्मा आखदा कहंदा ऐ दे ऐ शरीर, जिस वक्त मैं हंस जीव आत्मा तेरे विचों निकल गया ना, तां तू दुनिया विच पिछे मिट्टी दी ढेरी बन के रह जाएंगी। पहला विचार कीते किन्ना वड्डा शरीर हुंदा है, 1.5-2 किलो ही रह जाता है। फुल चुगे जाते ने, आसियां चुगियां जाते, किन्ना क हुंदा जी। आप इन्नी क गठ जी बना के लै जाने एडे वड्डे शरीर दी। इन्ना वड्डा शरीर हुंदा है, 3.5 मन देहोरी तले पानी अन्न, आयो बंदा दुनी विच बत असूनी बंद बन। मलकल मौत जा आपसी सब दरवाजे भन, तिना प्यारियां भाइयां अगे दिता बन। वेखो बंदा चलिया 4 जणियां दे कन, रिदा अमल जे किते दुनी विच सिद्ध रगे आवे। कम भलेखे निकल जांदे ने सारे गुरबाणी द्वारा। महाराज कहंदे जदों जीव उडारी ला गया अंदरों, उदों बाद मिट्टी दी ढेरी रह जांदा बंदा, खाक राख बन जांदा। नहीं भी छेड़खानी करांगे ना आपां शरीर दे नाल, बाहर डेग दिता खुले च, जिथे भी धर दो मर्जी मुर्दे नूं, ਉਹਦੇ ਵਿੱਚ ਐਟੋਮੈਟਿਕ परमात्मा ने किरम पैदा कर देने, कीड़े पैदा कर देने ने। ते ਉਹ कीड़े किरम जदों पैदा हो गए उस शरीर नूं खा के खाई जाणगे, मिट्टी बन जाएगा। कई वेखिया आपां मरे होए कुत्ते बिल्ले कोई पशु पंछी मर जाते हैं, धरती ते पए हुंदे आ, उन्हां विच कीड़े पैदा हो जाते हैं। ते ਉਹ कीड़े पैदा होए ਉਹਨੂੰ ਖਾ ਖਾ ਕੇ ਮਿੱਟੀ ਬਣਾਤਾ, ਮਿੱਟੀ ਬਣ ਜਾਂਦਾ ਉਹ, ਤੇ ਆਪ ਵੀ ਨਾਲ ਹੀ ਉਹ ਫਿਰ ਮਰ ਜਾਂਦੇ ਨੇ। परमात्मा ने मिट्टी बना देना बस, क्योंकि मिट्टी चो पैदा होया मिट्टी विच ही मिल जाना है। ते बाबा फरीद साहब जी कहते हैं जी, फरीदा खाक ना निंदी है, खाखू जेड़ ना खोए। खाक नूं राख नूं मिट्टी नूं निंदना,
ਇਹਦੇ ਵਰਗਾ ਕੋਈ ਨਹੀਂ। ਕਿਉਂ? ਜੀਵਦਿਆਂ ਪੈਰਾਂ ਤਲੇ, ਜਿਉਂਦੇ ਆ ਸਾਹ ਚੱਲਦੇ ਨੇ, ਪੈਰਾਂ ਥੱਲੇ ਆ ਮਿੱਟੀ, ਤੇ ਫਿਰ ਮੂੰਹਾਂ ਉੱਪਰ ਹੋਏ। ਜਿਸ ਦਿਨ ਮਰ ਗਏ ਉਹੀ ਮਿੱਟੀ ਹੁੰਦੀ ਉੱਪਰ ਹੋ ਜਾਂਦੀ। ਅੱਜ ਮਿੱਟੀ ਦੇ ਉੱਪਰ ਆ ਅਸੀਂ, ਕੱਲ ਨੂੰ ਮਿੱਟੀ ਸਾਡੇ ਉੱਪਰ ਹੋਏਗੀ, ਦਫਨ ਹੋ ਜਾਏਗਾ ਬੰਦਾ, ਰਾਖ ਬਣ ਜਾਣਾ, ਖਾਕ ਬਣ ਜਾਣਾ। ਤੇ ਮਹਾਰਾਜ ਕਹਿੰਦੇ ਜਿਵੇਂ ਛੁੱਟੜ ਹੋਈ ਹੈ ਨਾਰੀ, ਜਿਵੇਂ ਕਹਿੰਦੇ ਛੁੱਟੜ ਨਾਰੀ ਇਸਤਰੀ ਹੁੰਦੀ ਹੈ ਨਾ, ਜਿਵੇਂ ਛੁੱਟੜ ਹੋਈ ਇਸਤਰੀ ਨੂੰ ਪਤੀ ਛੱਡ ਦਿੰਦਾ ਹੈ, ਇਸ ਤਰ੍ਹਾਂ। ਇਸ ਕਰਕੇ ਸਾਧ ਸੰਗਤ ਪਰਮਾਤਮਾ ਦੇ ਭਜਨ ਨਾਲ, ਬੰਦਗੀ ਦੇ ਨਾਲ ਜੁੜੀਏ, ਜੀਵਨ ਨੂੰ ਸਫਲਾ ਬਣਾਈਏ, ਕੁਕਰਮਾਂ ਤੋਂ ਤੌਬਾ ਕਰੀਏ, ਮਾੜੇ ਕਰਮਾਂ ਵੱਲੋਂ ਸੁਚੇਤ ਰਹੀਏ, ਚੰਗੇ ਕਰਮ ਕਰੀਏ। ਇੱਕ ਦਿਨ ਇਹ ਕੀਤੇ ਕੁਕਰਮ, ਵਿਕਾਰ, ਮਾੜੇ ਕਰਮ ਜਿਹੜੇ ਆ ਸਾਧ ਸੰਗਤ ਦੁੱਖ ਬਣ ਜਾਣਗੇ, ਬਿਮਾਰੀਆਂ ਬਣ ਜਾਣਗੇ, ਫਿਰ ਬੰਦਾ ਚੀਕਾਂ ਮਾਰੂਗਾ, ਰੋਊਗਾ। ਬਾਣੀ ਇਹੋ ਸਮਝਾਉਂਦੀ ਹੈ ਜੀ, ਐਸਾ ਕੰਮ ਮੁੱਲੇ ਨਾ ਕੀਤੈ ਜਿਤ ਅੰਤ ਪਛੋ ਤਾਈਐ। ਵੀ ਮਾੜਾ ਨਾ ਕਰੀਏ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ, ਉਹਦੇ ਰਾਹ ਚ ਰਹੀਏ, ਮਾੜੇ ਕਰਮਾਂ ਵੱਲੋਂ ਤੌਬਾ ਕਰੀਏ। ਗੁਰਬਾਣੀ ਚੰਗੇ ਕਰਮਾਂ ਵੱਲ ਪ੍ਰੇਰਿਤ ਕਰਦੀ ਹੈ, ਮਾੜੇ ਨਹੀਂ। ਚੰਗੇ ਕਰੀਏ, ਤੇ ਜਦੋਂ ਚੰਗੇ ਕਰਾਂਗੇ ਆਟੋਮੈਟਿਕ ਅਸੀਂ ਗੁਰੂ ਦੇ, ਪਰਮਾਤਮਾ ਦੇ ਨੇੜੇ ਹੋ ਜਾਵਾਂਗੇ।